गांव बरमाला निवासी जरनैल सिंह, लखवीर सिंह व मंगा सिंह इत्यादि ने रोष भरे अंदाज में कहा कि पहले उनकी फसल को कीड़े ने बर्बाद किया और अब जंगली सुअरों व नील गाय ने उनकी 70 से 80 एकड़ फसल खराब कर दी है। इन किसानों ने कहा कि इस फसल को खराब सुअरों ने किया है और अब इसे दुधारू पशुओं को भी नहीं डाल सकते। इन किसानों ने कहा कि एक तो केंद्र सरकार ने 3 कृषि बिल पारित कर किसानों पर वज्रपात किया, तो दूसरी ओर जंगली जानवर उनकी फसल को बर्बाद कर रहे हैं और प्रशासन उनकी सुध नहीं ले रहा है। इन किसानों ने कहा कि कांटेदार तार के अलावा खेतों में जाल भी लगाया गया और रात रात को चौकीदारी भी की गई, लेकिन कोई फायदा नहीं हुआ। उन्होंने प्रशासन से जंगली जानवरों द्वारा खराब की गई फसल की गिरदावरी करवा उचित मुआवजा देने की मांग की है। जब इस बारे में जानकारी लेने हेतु तहसीलदार रामकृष्ण से संपर्क किया गया तो उन्होंने कहा कि डीसी रूपनगर को दिशा निर्देश के तहत जिन किसानों की फसल के कीड़े के कारण खराब हुई थी कि गिरदावरी करवा उसकी रिपोर्ट डीसी रूपनगर को भेज दी है, जबकि जंगली जानवरों के कारण खराब हुई फसल के बारे में जानकारी डीसी रूपनगर को भेजी जाएगी और जो आदेश होंगे उसी के हिसाब से कार्रवाई की जाएगी। वाहेगुरु जी का खालसा जी, वाहेगुरु जी का खालसा, श्री वाहेगुरु जी की फतेह। मेरा नाम लखवीर सिंह। लखवीर जी दस्यो अज खेतों में तुसीं खड़े हो, काफ़ी फसल तुहाडी जानवरों ने खराब की है, किन्नी जगह च बीजी है तुसीं? सर ये 5 कनाल ਦੇ ਵਿੱਚ ਮੱਕੀ ਬੀਜੀ ਸੀਗੀ ਜੀ, ਜੋ ਕਿ ਸਾਡੇ ਸੂਰਾਂ ਤੇ ਬੈਨਗੂਆਂ ਨੇ ਸਾਰੀ ਫਸਲ ਤਬਾਹ ਕਰ ਦਿੱਤੀ ਜੀ। ਜੇ ਕੋਈ ਸਾਡਾ ਆਪਣਾ ਟੰਡਾ ਦੇਖ ਲਓ ਖੜਿਆ ਏ ਤਾਂ ਇਸ ਦੇ ਨਾਲ ਕੋਈ ਵੀ ਛੱਲੀ ਵਗੈਰਾ ਨਹੀਂ ਲੱਗੀ। ਇਹਦਾ ਮਤਲਬ ਹੈ ਕਿ ਬੈਨਗੂਆਂ ਆ ਕੇ ਖਾ ਰਹੀਆਂ ਸੀ। ਆਪਣੇ ਖੇਤ ਨੂੰ 400 ਦੇ ਬਾੜ ਵੀ ਲਗਾਈ ਹੋਈ ਹੈ। ਇਸ ਦੇ ਬਾਵਜੂਦ ਵੀ ਇਹ ਜਾਨਵਰ ਜੋ ਜੰਗਲੀ ਜਾਨਵਰ ਹੈ ਇਹ ਸਾਡੇ ਖੇਤਰ ਨਹੀਂ ਛੱਡਦੇ। ਸਾਡੇ ਖੇਤ ਨਾਲ ਹਰੇਕ ਸਾਲ ਹੀ ਇੰਜ ਹੀ ਨੁਕਸਾਨ ਹੁੰਦਾ ਹੈ। ਅਸੀਂ ਚਾਹੁੰਦੇ ਹਾਂ ਕਿ ਸਾਡਾ ਹਰੇਕ ਸਾਲ ਹੀ ਸਾਡੀ ਫਸਲ ਇਸੇ ਤਰ੍ਹਾਂ ਤਬਾਹ ਹੁੰਦੀ ਹੈ। ਪਿਛਲੀਆਂ ਸਰਕਾਰਾਂ ਨੇ ਤਾਂ ਸਾਡੀ ਕੋਈ ਬਾਂਹ ਨਹੀਂ ਫੜੀ। ਇਸ ਸਾਲ ਸਾਨੂੰ ਨਵੇਂ ਬਣੇ ਸੀਐਮ ਚੰਨੀ ਸਾਹਿਬ ਤੋਂ ਉਮੀਦ ਹੈ ਕਿ ਸਾਨੂੰ ਇਸ ਦਾ ਬਣਦਾ ਮੁਆਵਜ਼ਾ ਦਿੱਤਾ ਜਾਵੇ। ਤੇ ਤੁਹਾਡੀ ਫਸਲ ਖਰਾਬ ਹੋਈ ਕਿ ਆਲੇ ਦੁਆਲੇ ਦੇ ਖੇਤ? ਸਰ ਤੁਸੀਂ ਦੇਖਿਆ ਹੋਣਾ ਕਿ ਇੱਥੇ ਕਮ ਸੇ ਕਮ 30-35 ਕਨਾਲ ਜਗ੍ਹਾ ਬੀਜ ਹੋਈ ਸੀਗੀ। ਉਸ ਦੇ ਵਿੱਚੋਂ ਕਿਸੇ ਦੇ ਖੇਤ 'ਚੋਂ ਕੋਈ ਬੰਦ ਘਰਾਂ ਨੂੰ ਜਾ ਨਹੀਂ ਸਕਦਾ। 30-35 ਕਨਾਲ ਜੰਗਲੀ ਸੂਰਾਂ ਤੇ ਬੈਨਗੂਆਂ ਨੇ ਸਾਰੀ ਤਬਾਹ ਕੀਤੀ ਹੋਈ ਹੈ। ਇਹ ਤੁਸੀਂ ਆਪਣੇ ਆਪ ਅੱਗੇ ਤੁਸੀਂ ਦਿਖਾ ਸਕਦੇ ਹੋ, ਸਾਰੀ ਫਸਲ ਕਿੰਨੀ ਤਰ੍ਹਾਂ ਤਬਾਹ ਕੀਤੀ ਹੋਈ ਹੈ। ਜਿਹੜੀ ਹੁਣ ਫਸਲ ਬਚੀ ਵੀ ਹੈ ਇਹਦਾ ਕੋਈ ਹੱਲ ਹੈਗਾ? ਕੋਈ ਆਊਗੀ ਵਰਤੋਂ ਕਿਤੇ ਪਾਸੇ ਕਿ ਇਸ ਤਾਂ ਸਾਰਾ ਮਾੜਾ ਮੋਟਾ ਮੱਝਾਂ ਨੂਈਆਂ ਵੀ ਦੇਖ ਲਓ, ਤੁਸੀਂ ਦੇਖ ਸਕਦੇ ਹੋ। ਘਰ ਤਾਂ ਇੱਕ ਦਾਣਾ ਵੀ ਜਿਹਨੂੰ ਕਹਿੰਦੇ ਅੰਨ ਦਾ ਨਹੀਂ ਜਾਣਾ। 4 ਮਹੀਨੇ ਸਾਨੂੰ ਫਸਲ ਦੀ ਵੇਟ ਕਰਦੇ ਹੋ ਗਏ। ਉੱਪਰ ਤੇ 3 ਕਾਲੇ ਕਾਨੂੰਨ ਹੈ ਜੋ ਕੇਂਦਰ ਸਰਕਾਰ ਨੇ ਸਾਡੇ ਤੇ ਲਾਗੂ ਕੀਤੇ। ਦਿਨ ਰਾਤ ਕਿਸਾਨ ਖੇਤਾਂ ਦੇ ਵਿੱਚ ਮਰਦਾ, ਫਿਰ ਵੀ ਸਾਡੇ ਪੱਲੇ ਕੱਖ ਨਹੀਂ ਪੈਂਦਾ। ਉੱਪਰ ਤੇ ਕਾਲੇ ਕਾਨੂੰਨ ਸਾਡੇ ਤੇ ਸਰਕਾਰ ਨੇ ਥੋਪ ਦਿੱਤੇ। ਕੀ ਨਾਮ ਹੈ, ਕਿਹੜੇ ਪਿੰਡ ਦੇ ਆ ਤੁਸੀਂ? ਜਰਨੈਲ ਸਿੰਘ, ਪਿੰਡ ਬਰਮਲਾ, ਨੀਅਰ ਨੰਗਲ ਡੈਮ। ਅਸੀਂ ਸਰ ਮੈਂ ਜਿਹੜੀ ਆਪਣੀ ਬੀਜੀ ਵੀ 4 ਕਨਾਲ ਬੀਜੀ ਵੀ ਅਸੀਂ ਇੱਕ ਡੱਖਾ ਨਹੀਂ ਇੱਥੋਂ ਲੈ ਕੇ ਜਾਂਦੇ। ਤੁਸੀਂ ਦੇਖਿਆ ਹੀ ਸੂਰਾਂ ਨੇ ਤਾਂ ਬਹੁਤ ਬੁਰਾ ਹਾਲ ਕੀਤਾ ਵਾ ਇੱਥੇ, ਤੇ ਬੈਨ ਗਊਆਂ ਤੇ ਇੰਨਾ ਬੁਰਾ ਹਾਲ ਹੈ। ਕੀੜਾ ਲੱਗਿਆ ਤੇ ਸਾਡਾ ਇੱਥੇ ਕੋਈ ਵੀ ਪਟਵਾਰੀ ਜਾਂ ਕੋਈ ਵੀ ਕਾਨੂੰਨ ਕੋ ਗਦਾਵਰ ਕੋਈ ਨਹੀਂ ਇੱਥੇ ਆਇਆ। ਤਾਂ ਨਾ ਸਾਨੂੰ ਕਿਸੇ ਨੇ ਜਾਣੀ ਕਿ ਸਾਡੀ ਫਸਲ ਦਾ ਕੋਈ ਸਹਾਰਾ ਕਰ ਲਈ। ਬਾਕੀ ਆ ਜਾਨਵਰਾਂ ਨੇ ਤੁਹਾਡੇ ਸਾਹਮਣੇ ਹੀ ਚੱਕ ਦਿੱਤੀ, ਤੁਹਾਨੂੰ ਹੀ ਦੱਸੀ ਸਾਰੀ। ਜਿੰਨੀ ਕੁ ਫਸਲ ਕੱਖ ਨਹੀਂ ਨਿਕਲਣਾ ਸਰ। ਇਹ ਤਾਂ ਸਾਨੂੰ ਉਲਟੀ ਬਿਪਤਾ ਪੈ ਗਈ। ਜਾਣੀ ਕਿ ਅਸੀਂ ਨਾ ਹੁਣ ਇਹਨੂੰ ਇਕੱਠਾ ਟੰਡੇ ਨੂੰ ਕਰਕੇ ਅੱਗ ਲਾਵਾਂਗੇ, ਕਿਉਂ ਸੂਰਾਂ ਦੇ ਖਾਧੇ ਬਿਨਾਂ ਜਾਨਵਰ ਨੂੰ ਵੀ ਨਹੀਂ ਪਾ ਸਕਦੇ। ਠੀਕ ਹੈ। ਹਾਂਜੀ, ਨਾਲ ਦਾ ਸਰ ਸਾਰਾ ਹੀ ਨੁਕਸਾਨ ਹੋ ਗਿਆ। ਟੋਟਲ ਸਾਰਾ ਹੀ ਨੁਕਸਾਨ ਹੋ ਗਿਆ। ਤੁਸੀਂ ਦੇਖਿਆ ਜੀ ਇੱਥੋਂ ਲੈ ਕੇ ਜਾਣਾ ਕੁਝ ਵੀ ਨਹੀਂ ਜਾਣਾ, ਤਾਂ ਉਲਟੀ ਬਿਪਤਾ ਪੈ ਗਈ ਸਾਨੂੰ ਜੀ। ਤਕਰੀਬਨ ਕਿੰਨਾ ਏਰੀਆ ਹੁਣ? ਇਹ 60-70 ਕਨਾਲ ਏਰੀਆ, ਕਨਾਲ ਦਾ ਏਰੀਆ ਜੀ। ਹਾਂਜੀ, ਜਿਹੜੀ ਜਾਨਵਰਾਂ ਨੇ ਖਰਾਬ ਕਰ ਹਾਂ, ਜਿਹੜੀ ਜਾਨਵਰਾਂ ਨੇ ਖਰਾਬ ਕਰ ਦਿੱਤੀ ਜੀ। ਸਾਲੇ ਸਰ ਸਾਡੇ ਨੇ ਇਦਾਂ ਦਾ ਹੀ ਬਥੇਰੀ ਆਵਾਜ਼ ਪਠਾਉਂਦੇ, ਪਰ ਸਾਡੀ ਸੁਣਦਾ ਕੋਈ ਨਹੀਂ ਹੈ ਜੀ। ਹਾਂਜੀ, ਤਾਂ ਅਸੀਂ ਹਾਰ ਭਰ ਕੇ ਤੁਹਾਨੂੰ ਮਿਲੇ, ਤਾਂ ਤੁਸੀਂ ਜਾਣੀ ਕਿ ਆ ਕੇ ਸਾਡਾ ਮੌਕਾ ਦੇਖਿਆ ਜੀ। ਇਹ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਨਾਮ ਸਰਦਾਰ ਮੰਗਾ ਸਿੰਘ, ਪਿੰਡ ਬਰਮਲਾ ਜੀ। ਦੱਸਿਓ ਖੇਤਾਂ ਵਿੱਚ ਕਿੰਨਾ ਕੁ ਨੁਕਸਾਨ ਹੋਇਆ ਤੁਹਾਡੇ? ਖੇਤਾਂ ਵਿੱਚ ਸਾਡਾ ਬਹੁਤ ਨੁਕਸਾਨ ਹੋ ਚੁੱਕਾ ਹੈ। ਮਾੜੇ ਜ਼ਿਮੀਂਦਾਰ ਹੋਣ ਕਰਕੇ ਇੱਕ ਤਾਂ ਕੇਂਦਰ ਸਰਕਾਰ ਨੇ ਪਹਿਲਾਂ ਕਿਸਾਨਾਂ ਦੇ ਨਾਲ ਬਹੁਤ ਧੱਕਾ ਕੀਤਾ ਹੋਇਆ ਹੈ। ਦੂਜਾ ਧੱਕਾ ਹੈ ਤੁਸੀਂ ਦੇਖ ਲਿਆ, ਜਾਨਵਰਾਂ ਨੇ ਸਾਡੇ ਨਾਲ ਇੰਨਾ ਧੱਕਾ ਕੀਤਾ ਹੋਇਆ ਹੈ। ਅਸੀਂ ਕੋਲੋਂ ਪੈਸੇ ਲਾ ਕੇ ਆਪਣੀ ਜ਼ਮੀਨ ਦੇ ਵਿੱਚੋਂ 1 ਰੁਪਏ ਦੀ ਆਮਦਨੀ ਪੈਦਾ ਕਰ ਸਕਦੇ ਆ। ਰਾਤ ਦਿਨ ਪਹਿਰਾ ਲਾਉਣ ਦੇ ਬਾਵਜੂਦ ਵੀ ਸਾਡੀ ਫਸਲਾਂ ਦਾ ਇਹ ਹਾਲ ਕੀਤਾ ਜਾਂਦਾ ਹੈ। ਸਾਰੇ ਪਿੰਡਾਂ ਦੇ ਵਿੱਚ ਮੁਆਵਜ਼ਾ ਮਿਲਿਆ, ਸਾਡੇ ਪਿੰਡ ਦੇ ਵਿੱਚ ਨਾ ਤਾਂ ਕੋਈ ਪਟਵਾਰੀ ਜਾਂ ਗਦਾਵਰ ਕਿਸੇ ਨੇ ਆ ਕੇ ਦੇਖਿਆ। ਇਹ ਸਾਡੀ ਇੰਨੀ ਜ਼ਮੀਨ ਤੁਸੀਂ ਦੇਖੀ ਸਾਰੀ ਬੇਬਾਦ ਪਈ ਹੈ। ਵਿੱਚ ਬਹੁਤ ਜ਼ਿਮੀਂਦਾਰ ਨੁਕਸਾਨ ਹੋਣ ਕਰਕੇ ਬੀਜਣ ਤੋਂ ਹਟ
ਠੀਕ, ਇਹ ਜਿੱਥੋਂ ਤੱਕ ਮੱਕੀ ਦੀ ਫਸਲ ਦੇ ਜਿਹੜੇ ਕੀੜੇ ਨਾਲ ਉਹਦਾ ਹੋਇਆ ਤੇ ਹਮਲਾ ਹੋਇਆ, ਇਸ ਸੰਬੰਧੀ ਇਹ ਮਾਨਯੋਗ ਡੀ ਸਾਹਿਬ ਵੱਲੋਂ ਸਪੈਸ਼ਲ ਗਿਰਦਾਵਰੀ ਦੇ ਹੁਕਮ ਕੀਤੇ ਗਏ ਸਨ ਅਤੇ ਸੰਬੰਧਿਤ ਜਿਹੜੇ ਪਟਵਾਰੀਆਂ ਸਾਹਿਬਾਨਾਂ ਵੱਲੋਂ ਹਰ ਇੱਕ ਪਿੰਡ ਦੀ ਜਿੱਥੇ ਇਹ ਮੇਰੀ ਏਰੀਏ ਦੇ ਵਿੱਚ ਆ ਉਹਨਾਂ ਸਾਰਿਆਂ ਦੀ ਜਿਹੜੀ ਆ ਉਹ ਜਾ ਕੇ ਵਿਜ਼ਿਟ ਉਹਨਾਂ ਨੇ ਕੀਤੀ ਹੈ ਤੇ ਉਹਦੀ ਬਣਦੀ ਰਿਪੋਰਟ ਜਿਹੜੀ ਆ ਉਹ ਅਸੀਂ ਜਿਹੜੀ ਆ ਉਹ ਵੀ ਭੇਜ ਦਿੱਤੀ ਗਈ ਹੈ ਥਰੂ ਡੀਸੀ ਜਿਹੜੀ ਸਰਕਾਰ ਨੂੰ ਜਾਵੇਗੀ। ਜਦੋਂ ਵੀ ਆਏਗਾ ਮੁਆਵਜ਼ਾ ਉਹਨਾਂ ਨੂੰ ਉਹ ਤੁਰੰਤ ਜਿਹੜਾ ਡਿਸਵਰਸ ਕਰ ਦਿੱਤਾ ਜਾਊਗਾ। ਬਰਮਲੇ ਪਿੰਡ ਵਿੱਚ ਮੁਆਵਜ਼ੇ ਵਾਸਤੇ ਟੀਮ ਆਈ ਸੀਗੀ, ਪਰ ਕਈ ਘਰ ਇੱਦਾਂ ਸੀਗੇ ਜਿਹੜੇ ਵੀ ਜ਼ਿਮੀਂਦਾਰਾਂ ਤੱਕ ਨਹੀਂ ਪਹੁੰਚੀ ਟੀਮ। ਕਿਹੜੀ ਟੀਮ? ਮੁਆਵਜ਼ੇ ਵਾਲੀ। ਮੁਆਵਜ਼ੇ ਵਾਲੀ ਟੀਮ ਤਾਂ ਕੋਈ ਨਹੀਂ ਹੈਗੀ, ਇਹ ਤਾਂ ਪਟਵਾਰੀ ਆ। ਉੱਥੇ ਪਟਵਾਰੀ ਜਾ ਕੇ ਜਿੱਥੇ ਨਾਲ ਸਰਪੰਚ ਪਿੰਡ ਦੇ ਹੋਰ ਜਿਹੜੇ ਪਤਵੰਤੇ ਵਿਅਕਤੀ ਆ ਉਹਨਾਂ ਦੀ ਹਾਜ਼ਰੀ ਵਿੱਚ ਜਿਹੜੀ ਉਹ ਜਿਹੜੇ ਹਰੇਕ ਖਸਰਾ ਨੰਬਰ ਜਾਂ ਖੇਤ ਦੇ ਵਿੱਚ ਜਾਂਦੇ ਨੇ, ਜਿੱਥੇ ਕੋਈ ਨੁਕਸਾਨ ਹੋਇਆ ਉਹ ਆਪਣੇ ਨੋਟ ਕਰਕੇ ਉਹ ਰਿਪੋਰਟ ਜਿਹੜੀ ਆ ਉਹ ਭੇਜੀ ਜਾਂਦੀ ਹੈ। ਜਿਹੜੇ ਜਾਨਵਰਾਂ ਦਾ ਨੁਕਸਾਨ ਹੋਇਆ ਇਹਨਾਂ ਕੋਈ ਵਿਚਾਰ ਦਾ ਮਾਹੌਲ ਹੈ ਕਿ ਨਹੀਂ? ਇਸ ਸੰਬੰਧੀ ਜਿਹੜਾ ਉਹ ਹੈਗਾ ਮੱਕੀ ਦੀ ਫਸਲ ਦਾ, ਜਿਵੇਂ ਕਿ ਅਸੀਂ ਤਾਂ ਬੇਨਤੀ ਕਰਦੇ ਹਾਂ ਕਿ ਜਿਹੜੇ ਉਸ ਇਲਾਕੇ ਦੇ ਜਿਹੜੇ ਲੋਕ ਆ ਉਹ ਜਿਹੜੇ ਕਿ ਜਾਨਵਰ ਆ ਉਹਨਾਂ ਨੂੰ ਸਾਂਭ ਕੇ ਰੱਖਣ, ਬੰਦ ਕੇ ਰੱਖਣ। ਜੇ ਕੋਈ ਜੰਗਲੀ ਜਾਨਵਰ ਆਉਂਦੇ ਆ ਤੇ ਕਿਸਾਨਾਂ ਨੂੰ ਬੇਨਤੀ ਹੈ ਕਿ ਉਹ ਇਸ ਤਰ੍ਹਾਂ ਦੇ ਕੋਈ ਜਾਲ ਲਗਾਇਆ ਜਾਵੇ ਤਾਂ ਜੋ ਕਿ ਆਪ ਵੀ ਬੜੀ ਆਰਾਮ ਨਾਲ ਨੀਂਦ ਨਾਲ ਸੌ ਸਕਣ, ਕਿਉਂਕਿ ਜਦੋਂ ਫਸਲ ਪੱਕ ਜਾਂਦੀ ਹੈ ਤਾਂ ਉਹ ਜਾਨਵਰਾਂ ਦੀ ਭੇਟ ਚੜ੍ਹ ਜਾਂਦੀ ਹੈ। ਇਸ ਲਈ ਲੋਕਲ ਲੈਵਲ 'ਤੇ ਵੀ ਇਹ ਉਪਰਾਲੇ ਕਿਹੜੇ ਕਰਨੇ ਚਾਹੀਦੇ ਹਨ ਤੇ ਜਿਹੜੇ ਜਿਨ੍ਹਾਂ ਲੋਕਾਂ ਦੇ ਇਹ ਪਸ਼ੂ ਪੰਛੀ ਜੋ ਹੁੰਦੇ ਨੇ ਉਹਨਾਂ ਨੂੰ ਬੇਨਤੀ ਹੈ ਕਿ ਉਹ ਇਹਨਾਂ ਨੂੰ ਆਪਣੇ ਰੱਖਣ, ਕੰਟਰੋਲ ਵਿੱਚ ਰੱਖਣ ਤਾਂ ਜੋ ਕਿਸੇ ਤਰ੍ਹਾਂ ਦਾ ਕਿਸੇ ਦਾ ਕੋਈ ਜਾਨੀ ਮਾਲੀ ਔਰ ਇਸ ਤਰ੍ਹਾਂ ਦਾ ਕੋਈ ਫਸਲੀ ਨੁਕਸਾਨ ਨਾ ਹੋਵੇ।